ਆਰਮੀ ਨੇ ਛਾਉਣੀਆਂ ਤੇ ਮਿਲਟਰੀ ਸਟੇਸ਼ਨਸ ਲਈ ਪੰਜਾਬ ਸਰਕਾਰ ਤੋਂ ਮੰਗੀ ਫ੍ਰੀ ਬਿਜਲੀ। ਫੌਜ ਦੀ ਦੱਖਣੀ ਪੱਛਮੀ ਕਮਾਨ ਨੇ ਲਿਖੀ ਚਿੱਠੀ। ਦਿੱਲੀ ਕੈਂਟ 'ਚ 300 ਯੂਨਿਟ ਫ੍ਰੀ ਬਿਜਲੀ ਦੀ ਸਹੂਲਤ ਮਿਲਣ ਦਾ ਦਿੱਤਾ ਹਵਾਲਾ। ਖਨੌਰੀ ਬਾਰਡਰ ਤੇ ਕਿਸਾਨ ਲੀਡਰਾਂ ਦੀ ਮੀਟਿੰਗ ਜਾਰੀ। ਅੱਗੇ ਦੀ ਰਣਨੀਤੀ ਨੂੰ ਲੈ ਕੇ ਕਰ ਰਹੇ ਚਰਚਾ। ਕੱਲ ਤੋਂ ਹੀ ਪੁਲਿਸ ਹਿਰਾਸਤ 'ਚ ਭੁੱਖ ਹੜਤਾਲ ਤੇ ਨੇ ਡੱਲੇਵਾਲ। ਸੰਸਦ 'ਚ ਉੱਠ ਸਕਦਾ ਹੈ ਬੇਅਦਬੀ ਦਾ ਮਾਮਲਾ। ਆਪ सांसद ਮਲਵਿੰਦਰ ਸਿੰਘ ਕੰਗ ਨੇ ਦਿੱਤਾ ਕੰਮ ਰੋਕੂ ਮਤਾ। ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਉਮਰ ਕੈਦ ਦੀ ਸਜ਼ਾ ਵਾਲੇ ਬਿੱਲ ਤੇ ਚਰਚਾ ਦੀ ਕੀਤੀ ਡਿਮਾਂਡ। सांसद ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਕੀਤੀ ਮੁਲਾਕਾਤ। ਸੁਖਬੀਰ ਬਾਦਲ ਦੇ ਮਾਮਲੇ ਤੇ ਬਿਨਾਂ ਦਬਾਅ ਫੈਸਲਾ ਲੈਣ ਦੀ ਕੀਤੀ ਅਪੀਲ। ਕਿਹਾ ਪੂਰਾ ਖਾਲਸਾ ਪੰਥ ਜਥੇਦਾਰ ਸਾਹਿਬ ਦੇ ਨਾਲ। ਮੋਗਾ ਦੇ ਕੋਟ ਇਸੇ ਖਾਂ 'ਚ ਵਿਆਹ ਸਮਾਗਮ ਦੌਰਾਨ ਹਥਿਆਰਾਂ ਦੀ ਸ਼ਰੇਆਮ ਨੁਮਾਇਸ਼। ਵਿਆਹ 'ਚ ਭੰਗੜਾ ਪਾਉਂਦੇ ਹੋਏ ਕੱਢੇ ਹਵਾਈ ਫਾਇਰ। ਪੁਲਿਸ ਨੇ 2 ਲੋਕਾਂ ਤੇ ਬਾਈ ਨੇਮ ਦਰਜ ਕੀਤਾ ਮਾਮਲਾ। ਜਲੰਧਰ 'ਚ ਪੁਲਿਸ ਅਤੇ ਲਾਰੈਂਸ ਗੈਂਗ ਦੇ 2 ਗੁਰਗਿਆਂ ਵਿਚਾਲੇ ਮੁਠਭੇੜ। ਮੁਲਜ਼ਮਾਂ ਨੂੰ ਹਥਿਆਰ ਰਿਕਵਰੀ ਲਈ ਲੈ ਕੇ ਗਈ ਸੀ ਪੁਲਿਸ। ਪੁਲਿਸ ਦੀ ਕਾਰਵਾਈ ਦੌਰਾਨ ਦੋਵੇਂ ਗੁਰਗੇ ਜ਼ਖਮੀ। ਮੋਹਾਲੀ ਪੁਲਿਸ ਅਤੇ AGTF ਨੇ ਬੰਬੀਹਾ ਗੈਂਗ ਦੇ 2 ਗੁਰਗੇ ਕੀਤੇ ਕਾਬੂ। ਮੁਲਜ਼ਮਾਂ ਤੋਂ 2 ਪਿਸਤੌਲਾਂ ਸਮੇਤ 7 ਕਾਰਤੂਸ ਬਰਾਮਦ। ਟਰਾਈ ਸਿਟੀ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਬਦਮਾਸ਼। ਚੰਡੀਗੜ੍ਹ 'ਚ ਬਾਦਸ਼ਾਹ ਦੇ ਕਲੱਬ ਬਾਹਰ ਬਲਾਸਟ ਕਰਨ ਵਾਲੇ ਮੁਲਜ਼ਮਾਂ ਦਾ ਰੂਟ ਆਇਆ ਸਾਹਮਣੇ। ਸੈਕਟਰ 26 ਤੋਂ ਮੋਹਾਲੀ ਵੱਲ ਹੋਏ ਸੀ ਫਰਾਰ। 에ਅਰਪੋਰਟ ਰੋਡ ਦੀ ਇੱਕ CCTV ਲੱਗੀ ਪੁਲਿਸ ਦੇ ਹੱਥ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੋਹਾਲੀ ਦੀ। ਮੋਹਾਲੀ ਪੁਲਿਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਇੱਕ ਵੱਡੀ ਕਾਮਯਾਬੀ, ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਬੰਬੀਹਾ ਗੈਂਗ ਦੇ 2 ਗੁਰਗੇ 2 ਐਸੋਸੀਏਟਸ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ, ਕਾਬੂ ਕੀਤੇ ਨੇ। ਮੁਲਜ਼ਮਾਂ ਤੋਂ ਵੱਡੀ ਤਾਦਾਦ 'ਚ ਹਥਿਆਰ ਦੀ ਰਿਕਵਰੀ ਵੀ ਕੀਤੀ ਗਈ ਹੈ। 2 ਪਿਸਤੌਲਾਂ ਸਮੇਤ 7 ਕਾਰਤੂਸ ਪੁਲਿਸ ਨੇ ਬਰਾਮਦ ਕੀਤੇ ਨੇ। ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ ਸਾਨੂੰ ਵੇਖਣ ਨੂੰ ਮਿਲੀ ਹੈ। ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਬਦਮਾਸ਼, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਦੋਹਾਂ ਨੂੰ ਹੀ ਟਰਾਈ ਸਿਟੀ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ ਤੇ ਮੋਹਾਲੀ ਪੁਲਿਸ ਨੂੰ ਅਸੀਂ ਕਹਿ ਸਕਦੇ ਕਿ AGTF ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। 2 ਵੱਖ-ਵੱਖ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਉੱਪਰਲੇ ਪਾਸੇ AGTF ਦੇ तमाम ਮੁਲਾਜ਼ਮ, ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਆਹੀ ਉਹ ਜੋ 2 ਗੁਰਗੇ ਨੇ ਬੰਬੀਹਾ ਗੈਂਗ ਦੇ ਐਸੋਸੀਏਟ ਨੇ, ਜਿਨ੍ਹਾਂ ਨੂੰ ਕਾਬੂ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ। ਹੇਠਲੇ ਪਾਸੇ ਹਥਿਆਰ ਦੀ ਰਿਕਵਰੀ ਕੀਤੀ ਗਈ ਹੈ, ਉਸ ਦੀ ਵੀ ਤਸਵੀਰ ਤੁਸੀਂ ਵੇਖ ਪਾ ਰਹੇ ਹੋ ਤੇ ਦੋਹਾਂ ਨੂੰ ਹੀ ਟਰਾਈ ਸਿਟੀ 'ਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਜੋ ਕੰਮ ਹੈ, ਜ਼ਿੰਮਾ ਹੈ, ਉਹ ਸੌਂਪਿਆ ਗਿਆ ਸੀ। ਨਿਊਜ਼ 18 ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਐਂਟੀ ਗੈਂਗਸਟਰ ਟਾਸਕ ਫੋਰਸ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਹੈ, ਵੱਡੀ ਕਾਮਯਾਬੀ ਹਾਸਲ ਹੋਈ ਹੈ। ਜੁਆਇੰਟ ਆਪਰੇਸ਼ਨ ਹੈ ਮੋਹਾਲੀ ਪੁਲਿਸ ਦਾ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ। ਜ਼ਾਹਰ ਜੀ ਗੱਲ ਹੈ ਕਿ ਪੁਲਿਸ ਨੂੰ ਟਿਪ ਆਫ ਮਿਲੀ ਹੋਣੀ ਹੈ ਇਹਨਾਂ ਮੁਲਜ਼ਮਾਂ ਦੇ ਟਿਕਾਣੇ ਦੀ। ਪੁਲਿਸ ਇਹਨਾਂ ਦੇ ਵੱਲ ਪਹੁੰਚਦੀ ਹੈ, ਰੁਕ ਕਰਦੀ ਹੈ ਤੇ ਇਹਨਾਂ ਨੂੰ ਕਾਬੂ ਕਰ ਲੈਂਦੀ ਹੈ। ਤੇ ਹੁਣ ਜ਼ਾਹਰ ਜੀ ਗੱਲ ਹੈ ਕਿ ਪੁੱਛ ਪੜਤਾਲ 'ਚ ਕਈ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸਨ ਦੋਵੇਂ ਹੀ ਬਦਮਾਸ਼, ਦੋਵੇਂ ਹੀ ਮੁਲਜ਼ਮ, ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਨਿਊਜ਼ 18 ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਆ ਬਦਮਾਸ਼ ਗੁਰਗੇ ਨਜ਼ਰ ਆ ਰਹੇ ਨੇ, ਮੂੰਹ ਇਹਨਾਂ ਦੇ ਕਾਲੇ ਰੰਗ ਦੇ ਕੱਪੜੇ ਨਾਲ ਬਣੇ ਹੋਏ ਨੇ। AGTF ਦੇ ਮੁਲਾਜ਼ਮ ਤਸਵੀਰਾਂ 'ਚ ਨਜ਼ਰ ਆ ਰਹੇ ਨੇ, ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ। ਜ਼ਾਹਰ ਜੀ ਗੱਲ ਹੈ ਕਿ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ ਤੇ ਵੱਧ ਤੋਂ ਵੱਧ ਜੋ ਪੁਲਿਸ ਰਿਮਾਂਡ ਹੈ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਜੋ ਇਹਨਾਂ ਤੋਂ ਡਿਟੇਲ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ। ਤੇ ਇੱਕ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਪੰਜਾਬ ਪੁਲਿਸ ਨੂੰ ਹਾਸਲ ਹੋਈ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਹਾਸਲ ਹੋਈ ਹੈ। ਤੇ ਬੰਬੀਹਾ ਗੈਂਗ ਦੇ 2 ਐਸੋਸੀਏਟ ਗੁਰਗੇ ਗ੍ਰਿਫਤਾਰ ਕੀਤੇ ਗਏ ਨੇ, ਕਾਬੂ ਕੀਤੇ ਗਏ ਨੇ। ਬਾਹਰ 'ਚ ਬੈਠੇ, ਵਿਦੇਸ਼ਾਂ 'ਚ ਬੈਠੇ ਜੋ ਗੈਂਗਸਟਰ ਨੇ, ਉਹਨਾਂ ਦੇ ਵੱਲੋਂ ਇਸ ਪੂਰੀ ਘਟਨਾਵਾਂ ਨੂੰ ਅੰਜਾਮ ਜੋ ਹੈ ਉਹ ਦਿੱਤਾ ਜਾਂਦਾ ਹੈ। ਆਪਣੇ ਨੈਕਸਸ ਨੂੰ ਵੱਡੇ ਪੱਧਰ ਤੇ ਆ ਜੋ ਗੈਂਗਸਟਰ ਨੇ ਬਾਹਰ ਬੈਠ ਕੇ ਹੀ ਚਲਾਉਂਦੇ ਨੇ। ਬੰਬੀਹਾ ਗੈਂਗ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਰਾਈਵਲ ਗੈਂਗ ਹੈ ਤੇ ਇਸ ਦੇ ਵਿਚਾਲੇ ਇਹਨਾਂ ਦੇ 2 ਗੁਰਗੇ ਬਦਮਾਸ਼ ਕਾਬੂ ਕੀਤੇ ਗਏ ਨੇ। ਬਾਹਰ 'ਚ ਹੀ ਬੈਠ ਕੇ, ਬਾਹਰੋਂ ਬੈਠ ਕੇ ਹੀ ਇਹਨਾਂ ਦੇ ਵੱਲੋਂ ਰੰਗਦਾਰੀ, ਕਤਲ ਤੇ ਫਿਰੌਤੀ ਦੀਆਂ तमाम ਘਟਨਾਵਾਂ ਨੂੰ ਅੰਜਾਮ ਜੋ ਹੈ ਉਹ ਦਿੱਤਾ ਜਾਂਦਾ ਹੈ। ਅੱਜ 2 ਗੁਰਗੇ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ, AGTF ਦੇ ਵੱਲੋਂ ਕਾਬੂ ਕੀਤੇ ਗਏ ਨੇ। ਇਹਨਾਂ ਨੂੰ ਵੀ ਕੋਈ ਵੱਡਾ ਜ਼ਿੰਮਾ ਜੋ ਹੈ ਉਹ ਸੌਂਪਿਆ ਗਿਆ ਸੀ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮੋਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੇ 2 ਸ਼ਾਰਪ ਸ਼ੂਟਰ ਫੜੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਹ ਡੇਰਾਬੱਸੀ ਪੁਲਿਸ ਦੇ ਏਰੀਆ ਦੇ ਵਿੱਚ ਫੜੇ ਗਏ ਨੇ। ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮੋਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੇ ਇੱਕ ਵੱਡੀ ਲੀਡ ਸੀ ਪੁਲਿਸ ਨੂੰ ਕਿ ਜਿਹਦੇ ਵਿੱਚ ਇੱਕ ਵੱਡੇ ਟਾਰਗੇਟ ਨੂੰ ਅੰਜਾਮ ਦੇਣਾ ਸੀ ਕਿ ਜਿਹਦੇ ਵਿੱਚ 2 ਜਿਹੜੇ ਦੱਸਿਆ ਜਾ ਰਿਹਾ ਕਿ ਅਕਿਊਜ਼ ਨੇ
ਵਿਦੇਸ਼ 'ਚ ਬੈਠੇ ਬੰਬੀਹਾ ਗੈਂਗ ਦੇ ਜਿਹੜੇ ਗੁਰਗੇ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਲਗਾਤਾਰ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਕਿਸ ਤਰ੍ਹਾਂ ਦਾ ਟਾਰਗੇਟ ਸੀਗਾ। ਜਿਹੜੇ ਇਲੀਗਲ ਵੈਪਨਸ ਇਹਨਾਂ ਕੋਲੋਂ ਰਿਕਵਰ ਕੀਤੇ ਗਏ ਨੇ ਉਹ ਕਿੱਥੋਂ ਲੈ ਕੇ ਆਏ ਸੀ, ਆਖਿਰ ਅੱਗੇ ਕਿਹਨੂੰ ਟਾਰਗੇਟ ਕਰਨਾ ਸੀ, ਕਿਉਂਕਿ ਪਿਛਲੇ ਦਿਨਾਂ ਜਿਹੜੇ ਫਾਈਨੈਂਸਰ ਨੂੰ ਟਾਰਗੇਟ ਕੀਤਾ ਗਿਆ ਸੀਗਾ, ਹੋਰ ਜਿਹੜੇ ਰਾਈਵਲ ਗੈਂਗ ਨੂੰ ਟਾਰਗੇਟ ਕੀਤਾ ਗਿਆ ਸੀਗਾ, ਉਹਦੇ ਵਿੱਚ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਵਿਦੇਸ਼ਾਂ 'ਚ ਬੈਠੇ ਜਿਹੜੇ ਗੈਂਗਸਟਰ ਨੇ ਉਹ ਆਪਣੇ ਐਸੋਸੀਏਟਸ ਆਪਣੇ ਸ਼ੂਟਰਸ ਦੇ ਨਾਲ ਲਗਾਤਾਰ ਜਿਹੜਾ ਹੈਗਾ ਉਹ ਸੰਪਰਕ ਕਰਦੇ ਆ। ਅੱਗੇ ਕਿਹਨੂੰ ਟਾਰਗੇਟ ਦੇਣਾ ਹੈ, ਕਿਸ ਤਰ੍ਹਾਂ ਦੀ ਅੱਗੇ ਜਿਹੜੀ ਹੈਗੀ ਹੈ ਉਹ ਵਾਰਦਾਤ ਨੂੰ ਅੰਜਾਮ ਦੇਣਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। ਇਹ ਦੋ ਨੂੰ ਕਾਬੂ ਕੀਤਾ ਗਿਆ। ਹੁਣ ਦੋਨਾਂ ਤੋਂ ਪੁੱਛਗਿੱਛ 'ਚ ਕਈ ਚੀਜ਼ਾਂ ਦਾ ਜਿਹੜਾ ਖੁਲਾਸਾ ਹੈ ਉਹ ਲਗਾਤਾਰ ਸਾਹਮਣੇ ਆ ਰਿਹਾ ਹੈ ਕਿ ਆਖਿਰ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ, ਇਲੀਗਲ ਵੈਪਨ ਜਿਹੜੇ ਹੈਗੇ ਉਹ ਕਿੱਥੋਂ ਰਿਕਵਰ ਕੀਤੇ ਗਏ, ਇਹ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਪੁਲਿਸ ਲਗਾਤਾਰ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। ਹੋਰ ਵੀ ਖੁਲਾਸੇ, ਹਾਲਾਂਕਿ ਡੀਜੀਪੀ ਵੱਲੋਂ ਵੀ ਟਵੀਟ ਕਰ ਜਾਣਕਾਰੀ ਦਿੱਤੀ ਗਈ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਔਰ ਮੋਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਤੇ ਇਹ ਪੂਰਾ ਜਿਹੜਾ ਆਪਰੇਸ਼ਨ ਕੀਤਾ ਗਿਆ ਔਰ ਦੋਨਾਂ ਨੂੰ ਡੇਰਾਬੱਸੀ ਦੇ ਏਰੀਆ ਤੋਂ ਹੀ ਕਾਬੂ ਕੀਤਾ ਗਿਆ ਔਰ ਜਿਹੜੇ ਇਲੀਗਲ ਵੈਪਨ ਜਿਹੜੇ ਰਿਕਵਰ ਕੀਤੇ ਗਏ ਨੇ। ਹਾਲਾਂਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ। ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰ ਲਈਏ ਕਿ ਕਿਹੜੇ ਟਾਰਗੇਟ ਸੀਗੇ ਔਰ ਕਿਹਦੇ ਕਹਿਣ ਤੇ ਸਾਰੀ ਚੀਜ਼ਾਂ ਨੂੰ ਲੈ ਕੇ, ਹਾਲਾਂਕਿ ਦੱਸਿਆ ਜਾ ਰਿਹਾ ਕਿ ਡੇਰਾਬੱਸੀ ਏਰੀਆ ਦੇ ਹੀ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਔਰ ਇਲੀਗਲ ਵੈਪਨ ਜਿਹੜਾ ਉਹ ਰਿਕਵਰ ਕੀਤਾ ਗਿਆ। ਨਿਗਮ ਚੋਣਾਂ ਨੂੰ ਲੈ ਕੇ ਮੰਤਰੀ ਡਾਕਟਰ ਰਵਜੋਤ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਡਾਕਟਰ ਰਵਜੋਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਹੈ, ਨਿਗਮ ਚੋਣਾਂ ਕਰਵਾਉਣ ਨੂੰ ਲੈ ਕੇ ਆ ਲੈਟਰ ਲਿਖਿਆ ਗਿਆ ਹੈ। ਚੋਣ ਕਮਿਸ਼ਨ ਕਿਸੇ ਵੇਲੇ ਵੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਚੋਣ ਕਮਿਸ਼ਨ ਨੇ ਤੈਅ ਕਰਨਾ ਹੈ ਕਿ ਚੋਣਾਂ ਕਦੋਂ ਹੋਣਗੀਆਂ। ਪਾਰਟੀਆਂ ਸਿੰਬਲ ਤੇ ਚੋਣ ਲੜ ਸਕਦੀਆਂ ਨੇ ਤੇ ਪੁਰਾਣੀ ਹੱਦਬੰਦੀ ਯਾਨੀ ਕਿ ਵਾਰਡਬੰਦੀ ਤਹਿਤ ਹੀ ਚੋਣਾਂ ਹੋਣਗੀਆਂ। ਡਾਕਟਰ ਰਵਜੋਤ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਕਾਬਲੇ ਗੌਰ ਹੈ ਕਿ 5 ਨਗਰ ਨਿਗਮਾਂ ਦੀਆਂ ਜੋ ਚੋਣਾਂ ਨੇ ਉਹ ਪੈਂਡਿੰਗ ਨੇ। ਫਗਵਾੜਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਤੇ ਲੁਧਿਆਣਾ ਦੇ ਕਾਰਜਕਾਲ ਇਹਨਾਂ ਦਾ ਫਿਨਿਸ਼ ਹੋ ਚੁੱਕਿਆ ਹੈ। ਇਸ ਸਭ ਨੂੰ ਲੈ ਕੇ ਕੋਰਟ 'ਚ ਪੂਰਾ ਮਾਮਲਾ ਚੱਲ ਰਿਹਾ ਸੀ। ਹਾਲਾਂਕਿ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਗਏ ਸੀ ਕਿ 15 ਦਿਨਾਂ ਦੇ ਅੰਦਰ ਦੀ ਚੋਣਾਂ ਕਰਵਾਈਆਂ ਜਾਣ। ਪਰ ਇਸ ਸਭ ਦੇ ਵਿਚਾਲੇ ਜੋ ਪੰਜਾਬ ਸਰਕਾਰ ਹੈ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਵਾਰਡਬੰਦੀ ਹਾਲੇ ਤੱਕ ਨਹੀਂ ਕਰਵਾਈ ਗਈ ਤੇ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ 2 ਮਹੀਨੇ ਦੇ ਅੰਦਰ ਹੀ ਜੋ ਪੈਂਡਿੰਗ ਨਗਰ ਨਿਗਮ ਨਗਰ ਪਰਿਸ਼ਦਾਂ ਦੇ ਚੋਣਾਂ ਨੇ ਉਸ ਨੂੰ ਕਰਵਾਇਆ ਜਾਏ। फैसला सुनाया कि जो डिमिलिटेशन पुरानी सी ਉਹਨੂੰ मद्देनजर रखते हुए इलैक्शन कराई जाए। तो जो ਸਾਨੂੰ ਸੁਨੇਹਾ ਲੱਗਿਆ ਤੇ ਅਸੀਂ ਪੂਰਾ ਆਲਮੋਸਟ ਨੋਟੀਫਿਕੇਸ਼ਨ ਵੀ ਹੋਈ, ਨੋਟੀਫਾਈ ਵੀ ਹੋ ਗਿਆ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਭੇਜਦਾ ਕਿ ਅਸੀਂ ਦਸੰਬਰ ਦੇ ਅਖੀਰ ਦੇ ਤੱਕ ਅਸੀਂ ਆਪਾਂ ਚੋਣਾਂ ਕਰਾਉਣ ਦੇ ਵਿੱਚ ਆਪਾਂ ਪੂਰੀ ਤਿਆਰੀ ਹੈ ਸਾਡੀ। ਹੱਦਬੰਦੀ ਤੁਸੀਂ ਕਹਿ ਰਹੇ ਹੋ ਪੁਰਾਣੀ ਰਹੇਗੀ, ਨਵੀਂ ਨਹੀਂ ਹੋਏਗੀ? ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੀ, ਉਹ ਕਹਿੰਦੇ ਕੋਈ ਮੈਟਰ ਨਹੀਂ ਕਰਦਾ, ਤੁਸੀਂ ਜਿਹੜੀ ਇਲੈਕਸ਼ਨ ਹੈਗੀ ਹੈ ਪੈਂਡਿੰਗ ਹੈਗੀ ਉਹਨਾਂ ਨੂੰ ਪਹਿਲਾਂ ਤੁਸੀਂ ਕਰਾਓ ਤੇ ਜਿਹੜੀ ਵੀ ਹੈਗੀ ਪੁਰਾਣੀ ਹੱਦਬੰਦੀ ਜਿਹੜੀ ਡਿਮਿਲਿਟੇਸ਼ਨ ਹੋਈ ਆ ਉਹਨੂੰ ਰੱਖ ਕੇ ਅਸੀਂ ਬੇਸ ਰੱਖ ਕੇ ਅਸੀਂ ਆਪਾਂ ਅੱਗੇ ਇਲੈਕਸ਼ਨ ਕਰਾਵਾਂਗੇ। ਦੂਸਰਾ ਵੀ ਤਰੀਕ ਦਾ ਐਲਾਨ ਨਹੀਂ ਹੋਇਆ, ਦਸੰਬਰ ਦੇ ਪਹਿਲੇ ਹਫਤੇ ਜਾਂ ਦਸੰਬਰ ਦੇ ਅਖੀਰਲੇ ਹਫਤੇ ਜਾਂ ਮਿਡਲ ਆਫ ਦਸੰਬਰ ਇਲੈਕਸ਼ਨ ਕਰਵਾਈ ਜਾਏਗੀ। ਜਿਹੜੀ ਸਾਡੇ ਵੱਲੋਂ ਅਸੀਂ ਤਿਆਰੀ ਹੈ, ਅਸੀਂ ਸਾਰਾ ਆਪਣਾ ਜੋ ਵੀ ਸੀ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਅਸੀਂ ਭੇਜਤਾ ਹੈਗਾ। ਹੁਣ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈਗੀ ਹੈ ਉਹ ਡੇਟ ਕਦੋਂ ਫਿਕਸ ਕਰਦੇ, ਕਦੋਂ ਨੋਟੀਫਾਈ ਕਰਦੇ, ਕਦੋਂ ਕੋਰਟ ਡਿਕਲੇਅਰ ਕਰਦੇ ਜੀ। ਅਸੀਂ ਲਿਖ ਕੇ ਦੇਤਾ ਕਿ ਅਸੀਂ ਜਦੋਂ ਮਰਜ਼ੀ ਸਾਡੇ ਕੋਲ ਦਸੰਬਰ ਦੇ ਮਹੀਨੇ ਵਿੱਚ ਸਾਡੇ ਕੋਲ ਅਸੀਂ ਚੋਣਾਂ ਕਰਵਾ ਸਕਦੇ ਹੋ ਜੀ। ਦੂਸਰਾ ਵੀ ਕਿ ਇਹ ਸਿੰਬਲ ਤੇ ਇਲੈਕਸ਼ਨ ਹੋਣਗਾ ਕਿ ਜਿਹੜੇ ਕੈਂਡੀਡੇਟ ਨੇ ਉਹ ਆਮ ਆਦਮੀ ਪਾਰਟੀ, ਬੀਜੇਪੀ, ਅਕਾਲੀ ਕਾਂਗਰਸ ਇਹ ਸਿੰਬਲ ਤੇ ਹੋਣਗੇ ਜੀ, ਸਿੰਬਲ ਤੇ ਹੋਣਗੇ ਜੀ। ਤੇ ਆਮ ਆਦਮੀ ਪਾਰਟੀ ਤਿਆਰ ਹੈ ਕਿਉਂਕਿ ਜਿਮਨੀ ਚੋਣਾਂ 3-1 ਹੋ ਗਈ। ਹੁਣ ਤੁਹਾਨੂੰ ਲੱਗਦਾ ਹੈ ਕਿ ਸ਼ਹਿਰਾਂ ਦੇ ਵਿੱਚ ਪੰਚਾਇਤਾਂ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਜਦੋਂ ਸਿੰਬਲ ਤੇ ਚੋਣ ਹੋਏਗੀ ਤਾਂ ਇਹਨੂੰ ਸੈਮੀਫਾਈਨਲ ਦੇ ਤੌਰ ਤੇ ਵੀ ਦੇਖਿਆ ਜਾਏਗਾ 27 ਤੋਂ ਪਹਿਲਾਂ ਜੀ? ਤਕਰੀਬਨ 5 ਮੇਜਰ ਕਾਰਪੋਰੇਸ਼ਨ ਤੇ ਅਬਾਊਟ 40-42 ਦੇ ਆਸ-ਪਾਸ ਜਿਹੜੀਆਂ ਛੋਟੀਆਂ ਕਮੇਟੀਆਂ ਹੈਗੀਆਂ, ਸਾਰੀਆਂ ਅਰਬਨ ਵੋਟਰ ਹੈਗੇ ਆ ਤੇ ਸਾਨੂੰ ਪੂਰਾ ਯਕੀਨ ਆ ਲੋਕਾਂ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਕੰਮਾਂ ਤੇ। ਜਿੱਦਾਂ ਪੰਚਾਇਤ ਦੀਆਂ ਚੋਣਾਂ ਹੋਈਆਂ ਤੇ ਜਿੱਦਾਂ ਹੁਣ ਅੱਜ ਜ਼ਿਮਨੀ ਚੋਣਾਂ ਦਾ ਰਿਜ਼ਲਟ ਆਇਆ ਤੇ ਇਸੇ ਤਰ੍ਹਾਂ ਕਾਰਪੋਰੇਸ਼ਨ ਦੀ ਚੋਣਾਂ ਦਾ ਜਿਹੜਾ ਹੈਗਾ ਉਹ ਇੱਕ ਆਊਟਪਰਫਾਰਮ ਕਰਕੇ ਆਮ ਆਦਮੀ ਪਾਰਟੀ ਇਹ ਚੋਂ ਨਿਕਲੇਗੀ ਜੀ। ਅੱਗੇ ਵਧਾਂਗੇ ਤੇ ਰੁਕ ਰਾਂਗੇ ਅਗਲੀ ਖਬਰ ਦਾ। ਸ਼੍ਰੀ ਅਕਾਲ ਤੱਕ ਸਾਹ ਪਹੁੰਚੇ ਨੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਸਾਂਸਦ ਸਰਬਜੀਤ ਸਿੰਘ ਖਾਲਸਾ। ਐਮਪੀ ਸਰਬਜੀਤ ਸਿੰਘ ਖਾਲਸਾ ਤੇ ਤਰਸੇਮ ਸਿੰਘ ਨੇ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ। ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਸਵੇਰੇ ਮਿਲੇ ਨੇ। ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਿਨਾਂ ਦਬਾਅ ਫੈਸਲਾ ਲੈਣ ਦੀ ਅਪੀਲ ਇਹਨਾਂ ਆਗੂਆਂ ਦੇ ਵੱਲੋਂ ਕੀਤੀ ਗਈ। ਇਸ ਨਾਲ ਹੀ ਪੂਰੇ ਪੰਥ ਦੇ ਵੱਲੋਂ ਹਰ ਤਰ੍ਹਾਂ ਦੀ ਹਮਾਇਤ ਦੀ ਗੱਲ ਇਹਨਾਂ ਆਗੂਆਂ ਦੇ ਵੱਲੋਂ
ਕੀਤੀ ਗਈ। ਜ਼ਿਕਰਯੋਗ ਹੈ ਕਿ 2 ਤਰੀਕ ਨੂੰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਬਾਬਤ ਫੈਸਲਾ ਸਿੰਘ ਸਾਹਿਬਾਨਾਂ ਦੇ ਵੱਲੋਂ ਸੁਣਾਇਆ ਜਾਏਗਾ ਤੇ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ। ਸੋ 2007 ਤੋਂ ਲੈ ਕੇ 2017 ਤੱਕ ਦੇ ਕੈਬਨਿਟ ਮੰਤਰੀ ਤਲਬ ਕੀਤੇ ਗਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਨੂੰ ਤਲਬ ਕੀਤਾ ਗਿਆ। ਨਾਲ ਹੀ ਜੋ ਸਾਬਕਾ 3 ਜਥੇਦਾਰ ਸੀ ਉਹਨਾਂ ਤੋਂ ਵੀ ਸਪਸ਼ਟੀਕਰਨ ਜੋ ਹੈ ਉਹ ਮੰਗਿਆ ਗਿਆ। ਮੈਂ ਜੀ ਵਿਸ਼ਵਾਸ ਦਿਵਾਉਣਾ ਜਥੇਦਾਰ ਸਾਹਿਬ ਨੂੰ ਬਈ ਅਸੀਂ ਦਿਲੋਂ ਇਹਨਾਂ ਦੇ ਨਾਲ ਹੈ, ਇਹਨਾਂ ਦੇ ਬੱਚਿਆਂ ਦੇ ਨਾਲ ਹੈ। ਮੈਂ ਬਾਹਰ ਰਹਿੰਦੇ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਬੱਚਿਆਂ ਦੇ ਨਾਲ ਖੜਨ, ਉਹਨਾਂ ਦਾ ਹਾਲ ਚਾਲ ਪੁੱਛਦੇ ਰਹਿਣ, ਮਿਲਦੇ ਗਿਲਦੇ ਰਹਿਣ ਉਹਨਾਂ ਨੂੰ, ਤਾਂ ਕਿ ਜੇ ਉਹਨਾਂ ਨੂੰ ਇਹ ਨਾ ਲੱਗੇ ਬਈ ਜੇ ਸਾਡੇ ਪਿਤਾ ਜੀ ਆ ਉਹਨਾਂ ਦੇ ਫਾਦਰ ਸਾਹਿਬ ਮਤਲਬ ਕੌਮ ਦੇ ਨਾਲ ਖੜੇ ਹੈ ਤਾਂ ਉਹਨਾਂ ਨੂੰ ਕੋਈ ਡਰਾ ਨਹੀਂ ਸਕਦਾ। ਪਰ ਇਹ ਕਿਉਂ ਤੁਹਾਨੂੰ ਲੱਗ ਰਿਹਾ ਕਿ ਇਹ ਫੈਸਲਾ ਜਿਹੜਾ ਹੈ ਉਹ ਦਬਾਅ ਦੇ ਹੇਠ ਲਿਆ ਜਾ ਸਕਦਾ? ਹਾਲਾਂਕਿ ਤੁਸੀਂ ਤਾਂ ਭਰੋਸਾ ਦੇਣ ਆਏ ਹੋ ਕਿ ਅਸੀਂ ਨਾਲ ਖੜੇ। ਹਾਂਜੀ, ਨਹੀਂ ਵੈਸੇ ਹੈ ਨਾ ਵੀ ਚਲੋ ਹੁਣ ਜਿਹੜੇ ਦੋਸ਼ੀ ਹੈ ਹਰੇਕ ਕਹਿੰਦਾ ਯਾਰ ਵੀ ਮੈਨੂੰ ਨਰਮਾਈ ਵਰਤੀ ਜਾਏ, ਮੈਂ ਬਚ ਜਾਵਾਂ, ਹੁੰਦਾ ਹੀ ਹੈ ਨਾ। ਫਿਰ 100 ਜਣੇ ਆਨੇ ਆ, 100 ਜਣੇ ਜਾਂਦੇ ਆ। ਪਹਿਲਾਂ ਵੀ ਇਹਨਾਂ ਨੇ ਪ੍ਰੈਸ਼ਰ ਬਣਾ ਕੇ ਹੀ ਸਾਰੇ ਫੈਸਲੇ ਕਰਵਾਏ ਆ। ਅਸੀਂ ਇਸ ਲਈ ਇਹਨਾਂ ਨੂੰ ਮਿਲਣ ਆਏ ਸੀ, ਕਹਿਣ ਆਏ ਸੀ ਵੀ ਕੋਈ ਪ੍ਰੈਸ਼ਰ ਹਟਾਉਣ ਦੀ ਲੋੜ ਨਹੀਂ ਹੈ, ਅਸੀਂ ਨਾਲ ਹੈ ਤੁਹਾਡੇ। ਫੈਸਲੇ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਅਸਤੀਫਾ ਔਰ ਉਸ ਤੋਂ ਪਹਿਲਾਂ ਮੀਟਿੰਗ ਤੋਂ ਪਹਿਲਾਂ ਜਿਹੜੇ ਸਾਬਕਾ ਜਥੇਦਾਰ ਰਹੇ ਨੇ ਸਿੰਘ ਸਾਹਿਬ, ਉਹਨਾਂ ਤੋਂ ਕੋਲੋਂ ਵੀ ਸਪਸ਼ਟੀਕਰਨ ਮੰਗਿਆ। ਇਸ ਪੂਰੇ ਘਟਨਾਕ੍ਰਮ ਨੂੰ ਤੁਸੀਂ ਕਿੱਦਾਂ ਦੇਖਦੇ? ਨਹੀਂ ਜੀ, ਉਹ ਤਾਂ ਅਸਤੀਫਾ ਉਹਦਾ ਮਨਜ਼ੂਰ ਹੀ ਨਹੀਂ ਹੋਇਆ ਸੁਖਬੀਰ ਦਾ ਤਾਂ, ਹਨਾ। ਹਾਂ, ਉਹ ਗੱਲ ਇਹ ਆ ਵੀ ਉਹ ਡਰਾਮਾ ਕੀਤਾ ਗਿਆ ਹੈ। ਉਹੀ 500 400 200 ਜਣੇ ਹੈ ਉਹ, ਕਿਉਂਕਿ ਹੁਣ ਥੱਲੇ ਲੋਕ ਤਾਂ ਹੈ ਨਹੀਂ ਇਹਨਾਂ ਨਾਲ, ਤਾਂ ਹੀ ਇਲੈਕਸ਼ਨ ਨਹੀਂ ਲੜੇ ਇਹ। ਉਹੀ 200-400 ਬੰਦੇ ਇਹਨਾਂ ਦੇ ਨਾਲ ਹੈ, ਉਹਨਾਂ ਦੇ ਹੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ, ਉਹਨਾਂ ਦੀ ਪ੍ਰਧਾਨਗੀ ਤੋਂ ਇਹਨੇ ਅਸਤੀਫਾ ਦੇਤਾ। ਉਹੀ 200 ਬੰਦਿਆਂ ਨੇ ਫੇਰ ਚੁਣ ਕੇ ਉਹਨੂੰ ਪ੍ਰਧਾਨ ਬਣਾ ਲੈਣਾ। ਯਾਨੀ ਕਿ ਹੁਣ ਤੁਹਾਡਾ ਮੇਨ ਮਕਸਦ ਇਹੀ ਸੀ ਕਿ ਤੁਸੀਂ ਸਿੰਘ ਸਾਹਿਬ ਦੇ ਨਾਲ ਬਿਲਕੁਲ ਨਾਲ ਖੜੇ ਆ ਜੀ। ਇਹ ਜੋ ਪੰਥ 'ਚ ਬੜੀ ਦੁਬਿਧਾ ਵਾ ਜਦੋਂ ਦਾ ਇਹ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਤੇ ਉਦੋਂ ਬਾਅਦ 'ਚ ਸੁਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੇ ਉਦੋਂ ਬਾਅਦ 'ਚ ਜਿਹੜਾ ਅਕਾਲ ਤਖਤ ਤੇ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਸੁਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ, ਤੇ ਉਹਦੇ ਵਾਸਤੇ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਆਪਣੇ ਨੂੰ ਸਹਿਯੋਗ ਵੀ ਆ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਅ ਤੋਂ ਰਹਿਤ ਹੋ ਕੇ ਫੈਸਲਾ ਕਰਿਓ ਤੇ ਪੂਰਾ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ 'ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਿੱਦਾਂ ਕੌਮ ਨਾ ਪ੍ਰਵਾਨ ਕਰੇ। ਅਸੀਂ ਇਹ ਬੇਨਤੀ ਕਰਨਾ ਵਾਸਤੇ ਖਦਸ਼ਾ ਨਹੀਂ, ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ, ਕੋਈ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਜੀ ਅਸੀਂ ਉਹਦੇ ਨਾਲ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ, ਮਾਹੌਲ ਸਿਰਜਿਆ ਜਾ ਰਿਹਾ, ਇੱਕ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ, ਕੋਈ ਜਥੇਦਾਰ ਅਕਾਲ ਤਖਤ ਨੂੰ ਗਲਤ ਠਹਿਰਾਇਆ ਜਾ ਰਿਹਾ, ਸੁਖਬੀਰ ਬਾਦਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਵਾਸਤੇ ਅਸੀਂ ਜਥੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਤਮਸਤਕ ਹਾਂ ਤੁਹਾਡੇ ਗਾੜੀ, ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਉਡੀਕ ਕਰ ਰਿਹਾ। ਕੌਮ ਦੁਬਿਧਾ ਚੋਂ ਕੱਢੋ, ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ। ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸਿਆਸੀ ਘਮਸਾਨ ਲਗਾਤਾਰ ਜਾਰੀ ਹੈ। ਰਵਨੀਤ ਸਿੰਘ ਬਿੱਟੂ ਦੇ ਇਲਜ਼ਾਮਾਂ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਬਿਆਨਬਾਜ਼ੀ ਦੀ ਥਾਂ ਮਸਲਾ ਹੱਲ ਕਰਵਾਉਣ ਰਵਨੀਤ ਬਿੱਟੂ, ਕਿਸਾਨਾਂ ਦੇ ਨਾਂ ਤੇ ਰਾਜਨੀਤੀ ਨਾ ਕੀਤੀ ਜਾਏ। ਡੱਲੇਵਾਲ ਨੂੰ ਡਿਟੇਨ ਕੀਤੇ ਜਾਣ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਬਿਆਨ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਡਿਟੇਨ ਉਹਨਾਂ ਨੂੰ ਕੀਤਾ ਸੀ। ਕੇਂਦਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਕਿਸਾਨਾਂ ਦੇ ਮੁੱਦੇ ਹੱਲ ਹੋਣੇ ਚਾਹੀਦੇ ਨੇ। ਜ਼ਿਕਰਯੋਗ ਹੈ ਕਿ ਕੱਲ ਹੀ ਜੋ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਗਿਆ ਸੀ ਕਿ ਜੋ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕੀਤਾ ਗਿਆ ਹੈ, ਕੇਂਦਰ ਸਰਕਾਰ ਦਾ ਇਸ 'ਚ ਕੋਈ ਵੀ ਹੱਥ ਨਹੀਂ ਹੈ। ਤੇ ਹੁਣ ਡੱਲੇਵਾਲ ਨੂੰ ਡਿਟੇਨ ਕੀਤੇ ਜਾਣ ਤੇ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਉਹਨਾਂ ਨੂੰ ਡਿਟੇਨ ਕੀਤਾ ਗਿਆ। ਕੇਂਦਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਮਸਲਾ ਹੱਲ ਕਰਵਾਉਣਾ ਚਾਹੀਦਾ ਹੈ। डल्लेवाल जी की को डिटेन करती है पुलिस, मगर रवनीत बिट्टू जो कि केंद्र में है और साफ तौर पर कहते हैं कि आम आदमी पार्टी की जो पंजाब सरकार है वो इसमें इन्वॉल्व है, सेंट्रल एजेंसी का कोई योगदान नहीं। ਬਿੱਟੂ ਜੀ ਤੋਂ ਕੋਈ ਪੁੱਛੇ ਕਿ ਡੱਲੇਵਾਲ ਸਾਹਿਬ ਮੰਗ ਕੀ ਕਰ ਰਹੇ ਆ, ਮੰਗਾਂ ਸਾਰੀਆਂ ਉਹਨਾਂ ਦੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਬਿੱਟੂ ਜੀ ਹੱਲ ਕਰਵਾ ਦੇਣ। ਕੱਲੀ ਬਿਆਨਬਾਜ਼ੀ ਕਰਨਾ, ਤੁਸੀਂ ਦੇਖੋ ਵੀ ਮੁੱਦਾ ਇਹ ਬਣਾ ਲਿਆ ਵੀ ਜੀ ਡੱਲੇਵਾਲ ਸਾਹਿਬ ਨੂੰ ਹਸਪੀਟਲ ਲੈ ਕੇ ਗਏ ਆ, ਨਹੀਂ ਲੈ ਕੇ ਗਏ, ਕੌਣ ਲੈ ਕੇ ਗਿਆ। ਜਿਹੜੇ ਮੁੱਦੇ ਨੂੰ ਲੈ ਕੇ ਉਹ ਭੁੱਖ ਹੜਤਾਲ ਤੇ ਬੈਠੇ ਆ, ਬਿੱਟੂ ਜੀ ਉਹ ਮੁੱਦੇ ਦਾ ਹੱਲ ਕਰਵਾਓ। 9 ਮਹੀਨਿਆਂ ਤੋਂ ਬੈਠੇ ਆ ਉੱਥੇ ਜਿਹੜੇ ਸਾਡੇ ਕਿਸਾਨ ਨੇ ਬਾਰਡਰ ਦੇ ਉੱਪਰ, ਤੇ ਤੁਸੀਂ ਅੱਜ ਆ ਕੇ ਕੇਵਲ ਤੇ ਕੇਵਲ ਮੁੱਦਾ ਇਹ ਬਣਾ ਲਿਆ।
ਸੋ ਬਿੱਟੂ ਜੀ ਨੂੰ ਵੀ ਜੇ ਮੁੱਦਾ ਨਹੀਂ ਪਤਾ ਤਾਂ ਉੱਥੇ ਜਾ ਕੇ ਪੁੱਛੇ ਹੁਣ ਵੀ ਭਾਈ ਤੁਸੀਂ 9 ਮਹੀਨਿਆਂ ਤੋਂ ਬੈਠੇ ਹੋ, ਕੱਲ੍ਹ ਹੀ ਬੈਠੇ ਹੋ। ਸੋ ਸਾਰਾ ਕੇਵਲ ਤੇ ਕੇਵਲ ਅਸਲ ਮੁੱਦੇ ਤੋਂ ਲੋਕਾਂ ਦਾ ਜਿਹੜਾ ਧਿਆਨ ਭਟਕਾਉਣ ਲਈ ਜਿਹੜਾ ਇਹ ਕੀਤਾ ਜਾ ਰਿਹਾ। ਤੇ ਜਦੋਂ ਤੱਕ ਰਿਹਾ ਡੱਲੇਵਾਲ ਸਾਹਿਬ ਦਾ ਸਵਾਲ, ਉਹ ਮੈਂ ਵੀ ਜਿਹੜਾ ਬਿਆਨ ਆ ਉਹ ਪੁਲਿਸ ਦਾ ਜਿਹੜਾ ਸੁਣਿਆ ਕਿ ਉਹਨਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਹਸਪੀਟਲ ਜਿਹੜਾ ਉਹ ਲਿਜਾਇਆ ਗਿਆ। धरने से बातचीत करने के संसद को सुचारू रूप से चलाने की जिम्मेवारी सत्ता दल की होती है, और अगर भारत सरकार अपनी मनमर्जियां ही करेगी, लोगों की और अपोजिशन की आवाज़ को दबाएगी, तो मुझे नहीं लगता लोगों की मुश्किलें कभी हल होंगी। तो ये भारत सरकार को सोचना चाहिए और करना चाहिए कि सभी लोगों को सुना जाए, सभी को समय दिया जाए, सभी लोगों के मुद्दे विचारे जाएं और सांसद सुचारू रूप से चले। फौज ने पंजाब सरकार तो फ्री बिजली की डिमांड की है। फौज की दक्षिणी पश्चिमी कमांड ने पंजाब सरकार को इस बाबत एक चिट्ठी लिखी है। डिमांड की गई है फौजी छाउणियां ते मिलिट्री स्टेशन 300 यूनिट फ्री बिजली की सहूलत दिते जाने की डिमांड की गई है। दिल्ली कैंट दिल्ली विचले मिलिट्री स्टेशन सहूलत मिलने का हवाला भी इस लैटर च दिता गया है। जिक्रयोग है कि दिल्ली मॉडल के आधार पर पंजाब च भी जवानों के लिए फ्री बिजली दी जाए, आ मांग की गई है। पंजाब च 300 यूनिट फ्री घरेलू बिजली दी जाती है। पंजाब च तैनात ने 1 लाख तो वध फौजी ते फौज ने पंजाब सरकार तक पहुंच बना के यह तर्क पेश किया है कि दिल्ली सरकार वालों जो बिजली सबसिडी घरेलू बिजली ते दी जा रही है, इसका फायदा दिल्ली विचाले कैंट ते मिलिट्री स्टेशन च रहिंदे सर्विस परसोनल नूं भी मिल रहा है। दिल्ली मॉडल के आधार पर पंजाब च जवानों के लिए मुफ्त बिजली सुविधा देने की गल जो है वो आखी गई है। देखना होगा कि पंजाब सरकार का की रवैया की प्रतिक्रम रिएक्शन इस लैटर से रहा है। जाहिर जी गल है कि 1 लाख तो ज्यादा फौजी तैनात ने पंजाब जे फ्री बिजली इसी तर्ज से दी जाएगी जवानों भी, ते जाहिर जी गल है कि वाधू बोझ जो है वो पंजाब सरकार से पड़ेगा। गल करांगे पार्लीमेंट सैशन की। संसद उठ सकता है बेअदबी का मुद्दा, क्योंकि आम आदमी पार्टी के सांसद मलविंदर सिंह कंग ने नोटिस दिता है। बेअदबी के मुद्दे ते चर्चा की डिमांड उन्होंने वालों की गई है। इस करके एडजर्नमेंट नोटिस उन्होंने वालों दिता गया स्पीकर साहब को। पंजाब विधानसभा पास किए उम्र कैद की सजा वाले बिल ते चर्चा की मांग उन्होंने वालों की गई है। न्यूज़ 18 ते आम आदमी पार्टी के सांसद बलविंदर सिंह कंग दे वालों कहा गया है कि बेअदबी का असीं मुद्दा चुकांगे, किसी भी ग्रंथ की बेअदबी निंदणयोग है। कंग दे वालों इस गल का जिक्र किया गया। नाल ही उन्होंने कहा है कि बेअदबी के लिए सख्त कानून ते सजा की लोड़ है। 2018 च पास बिल में भारत सरकार के वालों कानूनी रूप नहीं दिता गया। इस बिल च हर धर्म को शामिल किया जा रहा है। हर धर्म के लोगों को इसके नाल फायदा होगा। चाह रहे हैं आज पार्लियामेंट में। देखिए, मुद्दा बहुत पुराना है और बड़ा गंभीर है। पंजाब में कई केसेस जो हैं बेअदबी के पिछले सालों से आए हैं, और बेअदबी चाहे किसी भी धर्म ग्रंथ की हो, चाहे गुरु ग्रंथ साहब महाराज हो, चाहे पवित्र गीता हो, पवित्र कुरान हो, बाइबल हो, ये मुझे लगता बड़ा अनफॉर्चुनेट है और इस पर सख्त सज़ा होनी चाहिए। पंजाब की विधानसभा ने 2018 में बिल पास किया था, CRPC पंजाब अमेंडमेंट बिल और IPC पंजाब अमेंडमेंट, जिसमें अंडर सेक्शन 295AA 10 साल और उम्र कैद की सज़ा का प्रावधान दिया था। वो बिल यूनानिमस पास हुआ था पंजाब की विधानसभा से, लेकिन अभी तक उसको कानूनी रूप नहीं दिया गया भारत सरकार की तरफ से प्रेसिडेंट की। तो हमारी मांग है कि भारत सरकार इमीडिएटली इंटरवीन करे और इस बिल को कानूनी रूप दिया जाए, ताकि लोगों में जो एक बेअदबी को लेकर और धार्मिक भावनाओं को ठेस पहुंचाने का कल्चर पैदा हो गया, उसके खिलाफ सख्त कार्रवाई और सजा होनी चाहिए। हमने देखा भी है कि पंजाब में कई ऐसी घटनाएं घट जाती हैं जो सीधा लोगों के सेंटीमेंट पे आहत करती है। ऐसे में ये बिल अगर होता है या केंद्र सरकार इसको मंजूरी देती है तो कितना पंजाब के लिए और तमाम सिख कम्युनिटी के लिए होगा जो तमाम भारत में रह रहे हैं लोग। नहीं, डेफिनेटली होगा। नहीं, ये सिर्फ सिख धर्म से संबंधित नहीं है। हमारा जो पंजाब असेंबली का बिल है, ये सभी धार्मिक ग्रंथ इसमें इंक्लूड किए हैं हमने। गुरु ग्रंथ साहब भी है, पवित्र कुरान भी है, पवित्र गीता भी है, पवित्र बाइबल भी है। तो हमारा मकसद तो है भी किसी भी धर्म को ठेस नहीं पहुंचनी चाहिए, और इसमें अगर सख्त सज़ा का प्रावधान होगा तो डेफिनेटली लोगों में एक डर पैदा होगा। अदरवाइज जिस तरीके से ये घटनाएं बढ़ रही हैं, तो कहीं ना कहीं पूरे पंजाब छोड़िए, अब देश में कई बार बहुत सीरियस कंसर्न पैदा हो जाता है।
ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰੈਸਲਰ ਬਜਰੰਗ ਪੁਨੀਆ ਦੀ, ਜਿਨ੍ਹਾਂ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ 4 ਸਾਲ ਦੇ ਲਈ ਬੈਨ ਕਰ ਦਿੱਤਾ ਹੈ। ਬਜਰੰਗ ਨੇ ਡੋਪ ਟੈਸਟ ਸੈਂਪਲ ਦੇਣ ਤੋਂ ਇਨਕਾਰ ਕੀਤਾ ਸੀ। ਮਾਰਚ ਮਹੀਨੇ ਦੀ ਬਜਰੰਗ ਨੇ ਯੂਰਿਨ ਟੈਸਟ ਤੋਂ ਦੇਣ ਤੋਂ ਮਨਾ ਕਰ ਦਿੱਤਾ ਸੀ। ਬਜਰੰਗ ਪੁਨੀਆ ਨੇ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੀ ਐਕਸਪਾਇਰੀ ਸੈਂਪਲ ਕਿਟ ਤੇ ਵੀ ਸਵਾਲ ਚੁੱਕੇ ਸੀ। ਹਾਲਾਂਕਿ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਵੱਲੋਂ ਤੁਰੰਤ ਜ਼ਿੰਮੇਵਾਰ ਅਧਿਕਾਰੀ ਤੇ ਕਾਰਵਾਈ ਵੀ ਕੀਤੀ ਗਈ ਸੀ। ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬ੍ਰਿਜਭੂਸ਼ਣ ਦੇ ਖਿਲਾਫ ਧਰਨੇ ਕਾਰਨ टारगेट नहीं किया गया, बल्कि सैंपल न देन करके एक कार्रवाई की गई है। रेसलर बजरंग पुनिया तो नैशनल एंटी डोपिंग एजेंसी ने 4 साल का बैन लगाया है। बजरंग पुनिया नूं लैके नैशनल एंटी डोपिंग एजेंसी ने भी इस गल का जिक्र किया है। नाल ही एंटी डिसिप्लिनरी डोपिंग जो पेन ने अपने आदेशों च कहा है कि पैनल का मनना है कि पुनिया हुण कोचिंग नहीं देंगे। और पहलवान बजरंग पूनिया हमारे साथ हैं, उन्हीं से जान लेते हैं। नाडा ने 4 साल का प्रतिबंध लगाया है। बजरंग कहां देख रहे हो, एक बार फिर 4 साल का प्रतिबंध आप पर लगाया गया? देखो नितिन भाई, मेरे लिए कुछ शॉकिंग बात नहीं है ये कि भाई 4 साल का मेरे पे प्रतिबंध, क्योंकि पिछले 1 साल से चल रहा है ये। एक बार इन्हीं के पैनल ने मुझे बाल भी किया है कि भाई आप खेल सकते हैं, और दूसरा चीज़ अब दोबारा उन्होंने फिर 4 साल का बैन लगाया है। लेकिन दुख की बात यह है कि पिछले 1 साल से जो मैंने नाडा में एक्सपायरी किट का जो एक अपील डाली थी कि भाई इसका जवाब मुझे चाहिए, मैंने 4-5 बार मेल भी किया है, लेकिन आज तक मेरे पास उसका जवाब अभी तक नहीं आया है। लेकिन मेरे ऊपर 4 साल का बैन जरूर आ गया है। और दूसरी चीज़ जो सरकार करवाना चाह रही है कि भाई हम ड्रग के पीछे हट जाएंगे, क्योंकि मैं महिला खिलाड़ियों के आंदोलन के साथ खड़ा था, तो मैं आपके माध्यम से सरकार को बताना चाहूँगा कि मैं पीछे नहीं हटने वाला हूँ, क्योंकि देश की बेटियों के साथ पहले भी खड़े थे, आज भी खड़े और आगे भी खड़े रहेंगे। चाहे आप मेरे ऊपर 4 साल का बैन लगवाए, चाहे 10 साल का बैन लगवाए, मैं पीछे हटने वाला नहीं। मैं इस चीज़ को कोर्ट में चैलेंज करूँगा। कोर्ट में चैलेंज कर रखा है, लेकिन कोर्ट में जो पहले हियरिंग हुई थी उसमें यही बोला गया। ਤੇ ਬਜਰੰਗ ਪੁਨੀਆ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਬੈਨ ਤੇ। ਬਜਰੰਗ ਪੁਨੀਆ ਨੇ ਕਿਹਾ ਹੈ ਕਿ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਖਿਲਾਫ ਪਹਿਲਾਂ ਹੀ ਮੈਂ ਕੋਰਟ ਜਾ ਚੁੱਕਿਆ ਹਾਂ। ਕਿਸਾਨਾਂ ਤੇ ਮਹਿਲਾ ਪਹਿਲਵਾਨਾਂ ਦਾ ਸਾਥ ਦੇਣ ਤੇ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਨਾ ਪਹਿਲਾਂ ਚੁੱਕੇ ਸੀ ਅਤੇ ਨਾ ਹੀ ਹੁਣ ਚੁਕਾਂਗੇ। ਇਸ ਗੱਲ ਦਾ ਜ਼ਿਕਰ ਬਜਰੰਗ ਪੁਨੀਆ ਦੇ ਵੱਲੋਂ ਕੀਤਾ ਗਿਆ, ਕਿਉਂਕਿ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਵੱਲੋਂ ਬਜਰੰਗ ਪੁਨੀਆ ਤੇ 4 ਸਾਲ ਦਾ ਬੈਨ ਲਗਾ ਦਿੱਤਾ ਗਿਆ। ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਹ ਹੁਣ ਕੋਚਿੰਗ ਵੀ ਨਹੀਂ ਦੇ ਸਕਣਗੇ। ਤੇ ਵੱਡੀ ਖਬਰ ਦਾ ਅਸੀਂ ਜ਼ਿਕਰ ਕਰ ਰਹੇ 3 ਸੂਬਿਆਂ 'ਚ ਐਨਆਈਏ ਦਾ ਐਕਸ਼ਨ ਲਗਾਤਾਰ ਜਾਰੀ ਹੈ। ਪੰਜਾਬ, ਹਰਿਆਣਾ ਤੇ ਯੂਪੀ 'ਚ ਐਨਆਈਏ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਵੱਖ-ਵੱਖ ਟਿਕਾਣਿਆਂ ਤੇ ਰੇਡ ਕਰ ਰਹੀ ਹੈ ਐਨਆਈਏ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇਸ਼ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ 3 ਸੂਬਿਆਂ 'ਚ 9 ਥਾਵਾਂ ਤੇ ਤਾਬੜਤੋੜ ਛਾਪੇਮਾਰੀ ਕੀਤੀ ਜਾ ਰਹੀ ਹੈ, ਰੇਡ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਟੈਰਰ ਐਂਗਲ ਜੋ ਹੈ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਤਵਾਦੀ ਤੇ ਗੈਂਗਸਟਰਾਂ ਦੇ ਟਿਕਾਣਿਆਂ ਤੇ ਰੇਡ ਐਨਆਈਏ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ 3 ਸੂਬਿਆਂ 'ਚ ਐਨਆਈਏ ਦਾ ਇੱਕ ਵੱਡਾ ਐਕਸ਼ਨ ਸਾਨੂੰ ਵੇਖਣ ਨੂੰ ਮਿਲਿਆ ਹੈ। ਪੰਜਾਬ, ਹਰਿਆਣਾ ਤੇ ਯੂਪੀ 'ਚ ਐਨਆਈਏ ਦੀ ਛਾਪੇਮਾਰੀ ਲਗਾਤਾਰ ਜਾਰੀ ਹੈ। ਜੋ ਅਰਸ਼ ਡਾਲਾ ਹੈ ਉਸ ਦੇ ਵੱਖ-ਵੱਖ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ। ਨਾਲ ਹੀ ਹੋਰ ਵੀ ਕਈ ਗੈਂਗਸਟਰਸ ਨੇ, ਉਹਨਾਂ ਦੇ ਟਿਕਾਣਿਆਂ ਤੇ ਉਹਨਾਂ ਦੇ ਐਸੋਸੀਏਟਸ ਦੇ ਟਿਕਾਣਿਆਂ ਤੇ ਅੱਜ ਜੋ ਛਾਪੇਮਾਰੀ ਹੈ ਲਗਾਤਾਰ ਕੀਤੀ ਜਾ ਰਹੀ ਹੈ। ਗੈਂਗਸਟਰ ਤੇ ਟੈਰਰ ਨੈਟਵਰਕ ਖੰਗਾਲਣ ਦੀ ਕੋਸ਼ਿਸ਼ ਐਨਆਈਏ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤੇ ਪੰਜਾਬ, ਹਰਿਆਣਾ ਤੇ ਯੂਪੀ ਦੀਆਂ ਕਈ ਥਾਵਾਂ ਨੇ, ਕਈ ਟਿਕਾਣੇ ਨੇ ਜਿੱਥੇ ਕਿ ਤਾਬੜਤੋੜ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਾਹਰ ਗੱਲ ਹੈ ਕਿ ਪੁੱਛ ਪੜਤਾਲ ਕੀਤੀ ਜਾ ਰਹੀ ਹੈ। तमाम जो डॉक्यूमेंट्स ने उन्होंने खंगालिया जा रहा है। पहले से जिक्र करिए थे लखवीर लंडा, अर्श डाला, लॉरेंस बिश्नोई, गोल्डी बराड़, बंबीहा ग्रुप, रोहित गोदारा, तमाम बड़े बड़े गैंगस्टर्स ने जो कि बाहर बैठ के विदेशों च बैठ के भारत विरोधी गतिविधियों को अंजाम इन्हों के वलों दिता जाता है। मेरे से होगी अरुणिमा फोन लाइन से जुड़े हैं। अरुणिमा, जानना चाहेंगे ये जो रेड है कब से जारी है, कौन कौन से अहम गैंगस्टर्स हैं जिनके ठिकानों पे ये रेड हो रही है? आज सुबह से एनआईए की टीम 9 लोकेशंस पे ये छापे मार रही है। ये 3 अलग अलग राज्यों में है। उत्तर प्रदेश, हरियाणा, पंजाब इनका मुख्य केंद्र है जहां छापेमारी हो रही है। और अगर वहां से कोई और फर्दर लीड मिलती है तो छापे का रेंज और बढ़ाया जा सकता है और भी ठिकानों पे छापेमारी हो सकती है। ये मेनली गैंगस्टर केस है जो एनआईए ने प्रोब करना शुरू किया था और अलग अलग गैंग्स थे जो इस गैंगस्टर टेरर प्रोब के तहत एनआईए देख रही थी। आज जिन ठिकानों पर छापेमारी हो रही है हमें बताया जा रहा है कि ये बम्बैया गैंग से जुड़े हुए ठिकाने हैं जहां छापेमारी की जा रही है। और एनआईए वहां जो जिन लोगों पे उनको सस्पिशन है
उनको डाउट है कि ये गोली, असला, बंदूक रखते हैं और सप्लाई करते हैं टारगेटेड किलिंग के लिए, उनके घरों पे और जो उनको पैसे पहुंचाते हैं उनके घरों पे ये छापे चल रहे हैं। और नहीं भाई, ये भी जानना चाहेंगे स्पेसिफिकली अगर हम बात करें तो पंजाब में कौन कौन सी जगह है, अगर आप जानकारी दे पाओ, जहाँ पे छापेमारी जारी है? इस वक्त एनआईए बहुत ही टाइट लिप्ड है, क्योंकि उनको डर है कि अगर ये पब्लिक हो गया कि कहाँ छापेमारी चल रही है, तो क्योंकि ये गैंगस्टर्स और टेरर नेटवर्क का केस है, तो इससे उनके इन्वेस्टिगेशन पे असर पड़ सकती है। तो इस वक्त वो जानकारी साझा नहीं करना चाह रहे हैं, बट अगले कुछ घंटों में उम्मीद है कि जैसे जैसे उनकी छापेमारी आगे बढ़ेगी, उनको वहां से एविडेंस और मिलेगा, वो और डिटेल शेयर करें। और कब से छापेमारी हो रही है, कितने घंटे हो गए? आज सुबह से, आज सुबह एनआईए की टीम सूरज उगते ही निकल गई थी अलग अलग लोकेशंस पे, और ये उनका मोडस ऑपरेंडाई भी है। वो नहीं चाहते हैं कि लोगों को मौका मिले एविडेंस छुपाने का या किसी तरीके से एविडेंस के साथ छेड़खानी करने का, इसीलिए सुबह सवेरे ही टीम्स पहुंच गई थी और तकरीबन पिछले 5 से 6 घंटे से ये सर्चेस चल रहे हैं। ये बम्बीहा गैंग ही है, कोई और भी जो गैंग है जिनके ठिकानों पे रेड हो रही है? फिलहाल जानकारी यही है कि जो 9 ठिकाने हैं वो सारे ऐसे लोग हैं जो बम्बैया गैंग को या तो लॉजिस्टिक्स सपोर्ट प्रोवाइड करते हैं, मतलब अगर उनको गाड़ी की जरूरत है या रहने की घर की जरूरत है या खाने पीने की जरूरत है, क्योंकि कई बार ये किसी ऑपरेशन को अंजाम देने के बाद छुपने की कोशिश करते हैं पुलिस से, तो छुपते वक्त उनको कौन प्रोटेक्शन देता है, कौन उनकी मदद करता है, इस पर भी एनआईए की नजर है। तो जो लोग उनको लॉजिस्टिकल हेल्प देते हैं, जो उनके लिए कुरियर का काम करते हैं, अगर उनको पैसा या असला एक जगह से दूसरी जगह पहुंचाना होता है, तो कुछ लोग हैं जो उनको कुरियर की तरह भी मदद करते हैं। तो इस वक्त जिन लोगों पे छापेमारी चल रही है, एनआईए को शक है कि वो सारे बम्बैया गैंग को मदद करते हैं अपने ऑपरेशन को अंजाम देने में। जी जी, चलो बहुत बहुत शुक्रिया अरुणिमा, हमें तमाम जानकारी देने ते। बड़ी खबर असीं जिक्र कर कि मेरे सहयोगी अरुणिमा वालों जिक्र किया गया कि तड़कसार ही सूरज उगदे ही एनआईए दी टीमां ਵੱਖ-ਵੱਖ ਥਾਵਾਂ ਤੇ पहुंच गई ते छापेमारी लगातार जारी है। हाल फिलहाल जानकारी निकल के सामने आई है कि बम्बीहा ग्रुप के ठिकाने दस्ते जा रहे ने, गुरगे दस्ते जा रहे ने, जो एसोसीएट्स ने उन्हां ते ਵੱਖ-ਵੱਖ ਥਾਵਾਂ ਤੇ छापेमारी की जा रही है, जो इन्हां घटनावां नूं अंजाम देंदे ने, भारत विरोधी गतिविधियां नूं अंजाम देंदे ने, फिरौती, रंगदारी, कतल दे कई मामलों नूं अंजाम देंदे ने, घटनावां करदे ने, जिस दे चलदे इन्हां नूं लॉजिस्टिक्स जो हेल्प है वो भी प्रोवाइड की जाती है। ਵੱਖ-ਵੱਖ ठिकाणिਆਂ ते पुलिस दे वल्लों जो है एनआईए दे वल्लों रेड लगातार जारी है। अतवादी ते गैंगस्टर्स दे ठिकाणिਆਂ ते रेड चल रही है, कई घंटे का समा ऑलरेडी बीत चुका है। गैंगस्टर टेरर नेटवर्क मामलों रेड की जा रही है ताकि गैंगस्टर से टेरर नेटवर्क जो है वो भी एनआईए दे वल्लों खंगालिया जा सके। 3 सूबे ने, पंजाब, हरियाणा ते यूपी ते 9 ਥਾਵਾਂ ने जिथे की 9 ਵੱਖ-ਵੱਖ लोकेशन जिथे की छापेमारी